ਜਾਤ ਪਾਤ ਤੇ ਕਬੀਰ ਜੀ। ਭਗਤ ਕਬੀਰ ਜੀ ਰਾਮ ਦੇ ਉਪਾਸ਼ਕ ਸਨ। ਉਹਨਾਂ ਦਾ ਰਾਜਾ ਦਸ਼ਰਥ ਦਾ ਬੇਟਾ ਰਾਮ ਨਹੀਂ ਸੀ, ਸਗੋਂ ਉਹ ਰਾਮ ਜਿਹੜਾ ਘਟ-ਘਟ ਵਿੱਚ ਵਸਦਾ ਹੈ। ਆਪ ਕਾਂਸ਼ੀ ਵਿੱਚ ਰਹਿ ਕੇ ਭਾਰਤੀ ਸੰਸਕ੍ਰਿਤੀ ਨਾਲ ਹਿੱਤ ਕਰਦੇ ਸਨ ਤੇ ਨਿੱਤ ਕਰਮ ਲਗਭਗ ਹਿੰਦੂ ਸੰਤਾਂ ਵਾਲੇ ਕਰਦੇ ਸਨ। ਆਪ ਤੜਕੇ ਉੱਠ ਕੇ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਸਨ ਤੇ ਆਉਂਦੇ ਹੋਏ ਰਾਮ ਨਾਮ ਦਾ ਜਾਪ ਕਰਦੇ ਆਉਂਦੇ ਸਨ। ਇੱਕ ਦਿਨ ਤੜਕੇ ਹੀ ਇਸ਼ਨਾਨ ਕਰਨ ਗਏ ਤਾਂ ਇੱਕ ਬ੍ਰਾਹਮਣ ਜਿਹੜਾ ਇਸ਼ਨਾਨ ਕਰਕੇ ਆਇਆ ਸੀ, ਕਬੀਰ ਨੂੰ ਵੇਖ ਕੇ ਬੁੜਬੁੜ ਕਰਨ ਲੱਗ ਪਿਆ ਕਿ ਉਸ ਦਾ ਇਸ਼ਨਾਨ ਐਵੇਂ ਚਲਿਆ ਗਿਆ, ਨੀਚ ਜਾਤ ਦਾ ਜੁਲਾਹਾ ਮੱਥੇ ਲੱਗ ਗਿਆ। ਉਸ ਦੀ ਬੇਸਮਝੀ ਤੇ ਜਾਤ ਪਾਤ ਦਾ ਵਤੀਰਾ ਤੱਕ ਕੇ ਭਗਤ ਜੀ ਨੂੰ ਹਾਸਾ ਆ ਗਿਆ ਤੇ ਬ੍ਰਾਹਮਣ ਨਾਲ ਇਸ ਮਾਮਲੇ ਤੇ ਫੈਸਲੇ ਕਰਨ ਤੇ ਤੁਲ ਗਏ। ਆਪ ਘਾਟ ਉੱਤੇ ਖਲੋਤੇ ਰਹੇ। ਜਦੋਂ ਬ੍ਰਾਹਮਣ ਇਸ਼ਨਾਨ ਕਰਕੇ ਆਇਆ ਤਾਂ ਬੋਲੇ, ਪੰਡਿਤ ਮੁਕੰਦਾ ਜੀ, ਰਾਮ ਨਾਮ। ਹੈਂ ਤੇਰੀ ਚੰਡਾਲ ਦੀ, ਤੂੰ ਅਜੇ ਵੀ ਕਿਤੇ ਗਿਆ, ਮਰਿਆ ਨਹੀਂ? ਕਬੀਰ ਜੀ, ਮਹਾਰਾਜ ਜਾਂਦਾ ਕਿਵੇਂ? ਤੁਸੀਂ ਇਸ਼ਨਾਨ ਕਰਕੇ ਜਾਂਦੇ ਤਾਂ ਹੇਠਾਂ ਗੰਗਾ ਵਿੱਚ ਇਸ਼ਨਾਨ ਕਰਦਾ। ਕੀ ਪਤਾ ਗੰਗਾ ਮਈਆ ਸਾਰੀ ਪਿੱਟੀ ਜਾਂਦੀ ਤਾਂ ਤੁਸੀਂ ਲੋਕ ਇਸ਼ਨਾਨ ਕਿਵੇਂ ਕਰਦੇ? ਇੱਕ ਵਾਰ ਹੋਰ ਇਸ਼ਨਾਨ ਕਰ ਆਓ। ਸਿਆਲ ਦੇ ਦਿਨ ਸਨ। ਬ੍ਰਾਹਮਣ ਠਰਿਆ ਹੋਇਆ ਦੰਦੋ ਡਿੱਕੇ ਲੈ ਰਿਹਾ ਸੀ। ਉਹ ਔਖਾ ਸੁਖਾਲਾ ਗਿਆ ਤੇ ਮੁੜ ਇਸ਼ਨਾਨ ਕਰਕੇ ਆਇਆ, ਪਰ ਕਬੀਰ ਜੀ ਉੱਥੇ ਖਲੋਤੇ ਮੁੜ ਉਸਦੇ ਮੱਥੇ ਲੱਗੇ। ਇੰਨੇ ਨੂੰ ਹੋਰ ਪੰਡਿਤ ਆ ਗਏ। ਰੌਲਾ ਪੈ ਗਿਆ ਤੇ ਭੀੜ ਹੋ ਗਈ। ਭੀੜ ਨੂੰ ਦੇਖ ਕੇ ਬ੍ਰਾਹਮਣਾਂ ਦੇ ਕਰੋਪ ਕੋਲੋਂ ਭਗਤ ਜੀ ਡਰੇ ਨਹੀਂ। ਡਰਦੇ ਵੀ ਕਿਵੇਂ, ਉਹਨਾਂ ਦਾ ਰਾਖਾ ਤਾਂ ਰਾਮ ਸੀ। ਆਪਣੇ ਰਾਮ ਉੱਤੇ ਭਰੋਸਾ ਰੱਖਦੇ ਸਨ। ਕਬੀਰ, ਇਹ ਤੁਸਾਂ ਵਾਸਤੇ ਠੀਕ ਨਹੀਂ ਜੋ ਪੰਡਿਤਾਂ ਦਾ ਧਰਮ ਭ੍ਰਿਸ਼ਟ ਕਰਦੇ ਹੋ। ਚੰਗਾ ਹੈ ਕਿ ਤੁਸੀਂ ਬਾਹਰ ਕਿਸੇ ਖੂਹ 'ਤੇ ਇਸ਼ਨਾਨ ਕਰ ਲਿਆ ਕਰੋ ਜਾਂ ਹੇਠਾਂ ਜਾ ਕੇ ਸ਼ੂਦਰ ਘਾਟ ਉੱਤੇ ਇਸ਼ਨਾਨ ਕਰ ਲਿਆ ਕਰੋ। ਲੜਨਾ ਝਗੜਨਾ ਠੀਕ ਨਹੀਂ। ਇੱਕ ਸਿਆਣੇ ਪੰਡਿਤ ਨੇ ਝਗੜਾ ਨਿਬੇੜਨ ਵਾਸਤੇ ਆਖਿਆ। ਉਸ ਦੀ ਗੱਲ ਸੁਣ ਕੇ ਭਗਤ ਕਬੀਰ ਜੀ ਹੱਸ ਪਏ ਤੇ ਉਹਨਾਂ ਆਖਿਆ, ਗਰਭਵਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕਹਿ ਜਨਮ ਮਤ ਖੋਏ। ਰਹਾਓ। ਹੇ ਬ੍ਰਾਹਮਣ ਦੇਵਤਾ ਜੀ, ਮਾਂ ਦੇ ਪੇਟ ਵਿੱਚ ਜਦੋਂ ਤੂੰ ਸੈਂ ਉਦੋਂ ਤਾਂ ਨਾ ਕੋਈ ਕੁਲ ਸੀ ਨਾ ਜਾਤ। ਬ੍ਰਹਮਾ ਦੇ ਬਣਾਏ ਹੋਏ ਸਾਰੇ ਜੀਵ ਜਨਮ ਲੈਂਦੇ ਨੇ। ਭਲਾ ਇਹ ਤਾਂ ਦੱਸ ਕਿ ਬ੍ਰਾਹਮਣ ਕਦੋਂ ਦੇ ਹੋਏ ਸੀ? ਕਦੋਂ ਪਹਿਲ ਹੋਈ? ਕੀ ਸ਼ੁਰੂ ਤੋਂ ਬ੍ਰਾਹਮਣ ਬਣਾ ਕੇ ਭੇਜਿਆ ਹੈ? ਐਸਾ ਨਹੀਂ ਹੈ। ਐਵੇਂ ਬ੍ਰਾਹਮਣ ਬ੍ਰਾਹਮਣ ਆਖ ਕੇ ਕਿਉਂ ਜਨਮ ਗਵਾਉਂਦੇ ਹੋ? ਜਨਮ ਕਰਕੇ ਨਾ ਕੋਈ ਸ਼ੂਦਰ ਹੈ ਨਾ ਬ੍ਰਾਹਮਣ। ਇਹ ਸਭ ਸੰਸਾਰ ਦੇ ਭੁਲੇਖੇ ਤੇ ਵੰਡਾਂ ਲੋਕਾਂ ਨੂੰ ਲੁੱਟਣ ਵਾਸਤੇ ਉਤਪੰਨ ਕੀਤੀਆਂ ਹੋਈਆਂ ਹਨ। ਕਬੀਰ ਜੀ ਦਾ ਇਹ ਬਚਨ ਸੁਣ ਕੇ ਬ੍ਰਾਹਮਣ ਚੁੱਪ ਹੋ ਗਏ। ਪਰ ਮੁਕੰਦ ਵੀ ਬੜਾ ਝਗੜਾਲੂ ਸੀ। ਉਸਨੂੰ ਵੀ ਪੁੱਠੀਆਂ ਸਿੱਧੀਆਂ ਬਹਿਸਾਂ ਕਰਦਿਆਂ ਹੋਇਆਂ 50 ਸਾਲ ਬੀਤ ਗਏ ਸਨ। ਉਹ ਆਖਣ ਲੱਗਾ, ਕਬੀਰ ਦੇਖ ਕਿਉਂ ਪੁੱਠੀਆਂ ਗੱਲਾਂ ਕਰਦਾ ਹੈ? ਲੋਕਾਂ ਨੂੰ ਕੁਰਾਹੇ ਪਾਉਣ ਦਾ ਕੀ ਲਾਭ ਹੈ? ਮੈਂ ਬ੍ਰਾਹਮਣ ਹਾਂ। ਮੇਰਾ ਬਾਪ ਦਾਦਾ ਤੇ ਨੱਕੜ ਦਾਦਾ ਬ੍ਰਾਹਮਣ ਸਨ। ਮੇਰੀ ਮਾਂ ਬ੍ਰਾਹਮਣੀ ਸੀ। ਮਾਤਾ ਬ੍ਰਾਹਮਣੀ ਤੇ ਬਾਪ ਬ੍ਰਾਹਮਣ ਹੋਣ ਤੇ ਮੈਂ ਬ੍ਰਾਹਮਣ ਹਾਂ। ਕਬੀਰ ਹੱਸ ਪਿਆ। ਹੱਸ ਕੇ ਉਸਦਾ ਮੋਢਾ ਫੜ ਕੇ ਬੋਲਿਆ, ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਜੇ ਤੂੰ ਬ੍ਰਾਹਮਣੀ ਦੇ ਪੇਟੋਂ ਬ੍ਰਾਹਮਣ ਜੰਮਿਆ ਹੈ ਤਾਂ ਤੂੰ ਜਨਮ ਕਿਸ ਹੋਰ ਰਾਹੋਂ ਕਿਉਂ ਨਹੀਂ ਲਿਆ? ਉਸੇ ਰਾਹ ਆਇਆ ਜਿਸ ਰਾਹ ਆਮ ਲੋਕ ਜਨਮ ਲੈਂਦੇ ਹਨ। ਕਬੀਰ ਜੀ ਦਾ ਭਾਵ ਹੈ ਕਿ ਸ਼ੂਦਰ, ਵੈਸ਼, ਖੱਤਰੀ ਤੇ ਬ੍ਰਾਹਮਣ ਸਾਰੇ 9 ਮਹੀਨੇ ਪੂਰੇ ਮਾਂ ਦੇ ਗਰਭ ਵਿੱਚ ਰਹਿੰਦੇ ਹਨ। ਪ੍ਰਭੂ ਸਭ ਨੂੰ ਪਾਲਦਾ ਤੇ ਜਦੋਂ 9 ਮਹੀਨੇ ਪੂਰੇ ਹੁੰਦੇ ਨੇ ਤਾਂ ਭਗਵਾਨ ਨੇ ਜੋ ਰਾਹ ਬੱਚੇ ਦੇ ਬਾਹਰ ਆਉਣ ਲਈ ਬਣਾਇਆ ਹੈ, ਉਸੇ ਰਾਹ ਬਾਹਰ ਆਉਂਦਾ ਹੈ। ਜੇ ਭਗਵਾਨ ਨੇ ਜਾਤੀ ਦੀ ਵੰਡ ਕੀਤੀ ਹੁੰਦੀ ਜਾਂ ਉੱਚੇ ਤੇ ਨੀਵੇਂ ਪੈਦਾ ਕੀਤੇ ਹੁੰਦੇ ਤਾਂ ਉੱਚੀਆਂ ਜਾਤਾਂ ਦੇ ਜਨਮ ਵਾਸਤੇ ਵੀ ਕੋਈ ਵੱਖਰਾ ਰਾਹ ਕਾਇਮ ਕੀਤਾ ਹੁੰਦਾ। ਜੇ ਕੋਈ ਵੱਖਰਾ ਰਾਹ ਨਹੀਂ ਤਾਂ ਸਮਝੋ ਸਾਰੇ ਜੀਵ ਇੱਕੋ ਜਿਹੇ ਹਨ। ਕੋਈ ਅਛੂਤ ਨਹੀਂ ਤੇ ਕੋਈ ਸਵਰਨ ਨਹੀਂ। ਪੁਰਸ਼ ਕਰਮਾਂ ਨਾਲ ਹੀ ਉੱਚੇ ਨੀਵੇਂ ਹੁੰਦੇ ਹਨ। ਕਬੀਰ ਜੀ ਆਪ ਹੀ ਸਵਾਲ ਕਰਕੇ ਉਸਨੂੰ ਸੰਬੋਧਨ ਕਰਕੇ ਆਖਦੇ ਹਨ, ਸੁਣ ਮੁਕੰਦੇ, ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ ਤੇ ਮੈਂ ਕਿਵੇਂ ਸ਼ੂਦਰ ਹਾਂ? ਤੇਰੀਆਂ ਨਾੜਾਂ ਵਿੱਚ ਵੀ ਉਹ ਲਹੂ ਹੈ ਜੋ ਮੇਰੀਆਂ ਨਾੜਾਂ ਵਿੱਚ ਹੈ। ਸੰਸਾਰ ਦੇ ਸਭ ਮਨੁੱਖਾਂ ਦਾ ਲਹੂ, ਮਾਸ, ਹੱਡ, ਵਾਲ, ਦੰਦ, ਜੀਭ ਇੱਕੋ ਜਿਹੇ ਹਨ। ਜੋ ਪਰਮਾਤਮਾ ਦੀ ਵਿਚਾਰ ਕਰਦਾ ਤੇ ਰੱਬੀ ਗਿਆਨ ਦਾ ਗਿਆਨੀ ਹੈ, ਅਸੀਂ ਤਾਂ ਉਸਨੂੰ ਬ੍ਰਾਹਮਣ ਆਖਦੇ ਹਾਂ। ਭਾਵ ਜਨਮ ਕਰਕੇ ਕਿਸੇ ਨੂੰ ਬ੍ਰਾਹਮਣ ਨਹੀਂ ਆਖੀਦਾ। ਜਿਹੜਾ ਵਿੱਦਿਆ ਪੜ੍ਹ ਕੇ ਬ੍ਰਹਮ ਨੂੰ ਜਾਣੇ, ਉਸ ਦਾ ਸਿਮਰਨ ਕਰੇ, ਉਸ ਦੀ ਸਾਜੀ ਸ੍ਰਿਸ਼ਟੀ ਦੇ ਜੀਵਾਂ ਨਾਲ ਪਿਆਰ ਕਰੇ, ਅਸਲ ਵਿੱਚ ਉਹ ਬ੍ਰਾਹਮਣ ਹੈ। ਛੂਤ ਛਾਤ ਨੂੰ ਮੰਨਣ ਵਾਲੇ ਪੰਡਿਤ ਇਹ ਬ੍ਰਾਹਮਣ ਨਹੀਂ, ਭੇਖੀ ਲੋਕ ਹਨ, ਠੱਗ ਹਨ, ਜੋ ਭਗਵਾਨ ਨਾਲ ਠੱਗੀ ਕਰਨੋਂ ਨਹੀਂ ਟਲਦੇ। ਕਬੀਰ ਦੇ ਇਹਨਾਂ ਬਚਨਾਂ ਦਾ ਉੱਤਰ ਮੁਕੰਦੇ ਪੰਡਿਤ ਕੋਲ ਨਹੀਂ ਸੀ।
ਉਹ ਤਾਂ ਜਨਮ ਕਰਕੇ ਬ੍ਰਾਹਮਣ ਸੀ। ਨਿਰੇ ਮੁਕੰਦਾ ਪੰਡਿਤ ਕੋਲ ਹੀ ਨਹੀਂ, ਸਗੋਂ ਸੰਸਾਰ ਦਾ ਇਸਤਰੀ ਪੁਰਸ਼ ਇਸ ਅਟੱਲ ਸੱਚਾਈ ਦੇ ਉਲਟ ਕੋਈ ਦਲੀਲ ਦੇ ਹੀ ਨਹੀਂ ਸੀ ਸਕਦਾ। ਸਭ ਜਾਤਾਂ, ਗੋਤਾਂ, ਕੁੱਲਾਂ ਅਤੇ ਮੱਤਾਂ ਨੂੰ ਕਾਇਮ ਕਰਨ ਵਾਲਾ ਮਰਦ ਹੈ। ਆਪਣੇ ਮਤਲਬ ਲਈ ਇਹ ਕੰਮ ਕੀਤਾ। ਸੱਚਾਈ ਨੂੰ ਸੁਣ ਕੇ ਬਨਾਰਸ ਦੇ ਬ੍ਰਾਹਮਣ ਪਿੱਟ ਉੱਠੇ, ਕਿਉਂਕਿ ਜੋ ਹਨੇਰੇ ਦੀ ਚਾਦਰ ਤਾਣ ਕੇ ਉਹ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਹੇ ਸਨ, ਉਸ ਹਨੇਰੇ ਨੂੰ ਕਬੀਰ ਜੀ ਉਡਾ ਰਹੇ ਸਨ। ਉਹ ਸਾਰੇ ਭੁਲੇਖੇ ਦੂਰ ਕਰਕੇ ਕਰੋੜਾਂ ਮਨੁੱਖਾਂ ਦਾ ਪੁਨਰ ਜਨਮ ਕਰਨਾ ਚਾਹੁੰਦੇ ਸਨ। ਉਹਨਾਂ ਨੇ ਪੰਡਤਾਂ ਨੂੰ ਗੁੱਸੇ ਨਾਲ ਸੱਚ ਸੁਣਾਇਆ। ਉਹ ਬੜੇ ਸੜੇ, ਆਪੋ ਆਪਣੇ ਰਾਹ ਪਏ ਤੇ ਗਾਲਾਂ ਦਿੰਦੇ ਰਹੇ। ਪੰਡਿਤ ਮੁੜ ਕੇ ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ ਤੁਰ ਪਿਆ। ਭੁੱਲੇ ਬ੍ਰਾਹਮਣ ਨੂੰ ਰਾਹੇ ਪਾਉਣ ਵਾਸਤੇ ਕਬੀਰ ਦੇ ਰਾਮ ਨੇ ਕਬੀਰ ਦੀ ਸਹਾਇਤਾ ਕੀਤੀ। ਜਦੋਂ ਮੁਕੰਦਾ ਗੰਗਾ ਵਿੱਚ ਇਸ਼ਨਾਨ ਕਰਨ ਲੱਗਾ ਤਾਂ ਭਗਵਾਨ ਨੇ ਮਾਇਆ ਦੇ ਛਲ ਨਾਲ ਕਬੀਰ ਨੂੰ ਮੁਕੰਦੇ ਦੇ ਨਾਲ ਇਸ਼ਨਾਨ ਕਰਦਿਆਂ ਹੋਇਆਂ ਦਰਸਾਇਆ। ਇਹ ਦੇਖ ਕੇ ਮੁਕੰਦਾ ਘਬਰਾ ਗਿਆ ਤੇ ਹੱਥ ਪੈਰ ਮਾਰਨ ਲੱਗਾ। ਜੇ ਮੁਕੰਦੇ ਨੇ ਦੂਸਰੇ ਪਾਸੇ ਧਿਆਨ ਮਾਰਿਆ ਤਾਂ ਉੱਧਰ ਵੀ ਕਬੀਰ ਖਲੋਤਾ ਹੱਸ ਰਿਹਾ ਸੀ। ਜਿੱਧਰ ਉਹ ਦੇਖੇ ਉੱਧਰ ਹੀ ਕਬੀਰ। ਮੁਕੰਦਾ ਹੈਰਾਨ ਹੋ ਕੇ ਘਬਰਾ ਗਿਆ। ਉਹ ਤਰਲੋਂ ਮੱਛੀ ਹੁੰਦਾ ਹੋਇਆ ਜਦੋਂ ਬਾਹਰ ਨਿਕਲਣ ਲੱਗਾ ਤਾਂ ਉਸਦਾ ਪੈਰ ਤਿਲਕ ਗਿਆ ਤੇ ਉਹ ਧੌਣ ਪਰਨੇ ਗੰਗਾ ਵਿੱਚ ਡਿੱਗਾ। ਉਸ ਵੇਲੇ ਕਬੀਰ ਰੂਪ ਬ੍ਰਾਹਮਣ ਨੇ ਉਸ ਨੂੰ ਬੋਚ ਲਿਆ ਤੇ ਖੜਾ ਕਰਕੇ ਆਖਿਆ, ਮੁਕੰਦ, ਦਿਲ ਦੇ ਵਹਿਮ ਛੱਡ ਦੇ। ਹਰ ਮਨੁੱਖ ਮਨੁੱਖ ਹੈ, ਜਾਤ ਕਰਕੇ ਕੋਈ ਸ਼ੂਦਰ ਨਹੀਂ। ਕਬੀਰ ਜੀ ਦੇ ਚਰਨੀ ਡਿੱਗ ਪਓ। ਸੱਚ ਮੁਕੰਦੇ ਦੇ ਮਨ 'ਤੇ ਨਾ ਬੈਠਾ। ਉਹ ਗੁੱਸੇ ਨਾਲ ਭਰਿਆ ਪੀਤਾ ਘਰ ਵੱਲ ਉੱਠ ਨੱਠਾ। ਉਹ ਘਰ ਗਿਆ ਤਾਂ ਉਸਨੂੰ ਪੂਜਾ ਪਾਠ ਤੇ ਖਾਣਾ ਪੀਣਾ ਭੁੱਲ ਗਿਆ। ਉਹ ਕਬੀਰ ਜੀ ਨੂੰ ਗਾਲਾਂ ਦੇਈ ਜਾਣ ਲੱਗਾ। ਖੈਰ, ਪੰਡਤਾਣੀ ਨੇ ਉਸਨੂੰ ਕੁਝ ਧੀਰਜ ਦਵਾਈ, ਸਤਿਕਾਰ ਨਾਲ ਬਿਠਾਇਆ ਤੇ ਭੋਜਨ ਛਕਣ ਦੀ ਪ੍ਰੇਰਨਾ ਕੀਤੀ। ਉਹ ਬੈਠ ਗਿਆ। ਜਦੋਂ ਉੱਠਿਆ ਥਾਲੀ ਚੁੱਕ ਕੇ ਸੁੱਟ ਦਿੱਤੀ ਤੇ ਚੌਂਤਰੇ ਤੋਂ ਬਾਹਰ ਹੋ ਗਿਆ। ਉਹ ਕਬੀਰ ਜੀ ਨੂੰ ਗਾਲਾਂ ਕੱਢੀ ਜਾਣ ਲੱਗਾ। ਉਸਦੀ ਇਹ ਹਾਲਤ ਦੇਖ ਕੇ ਬ੍ਰਾਹਮਣੀ ਹੈਰਾਨ ਹੀ ਨਾ ਹੋਈ, ਸਗੋਂ ਡਰ ਗਈ। ਉਸਨੇ ਜਾਣਿਆ ਉਸਦੇ ਪਤੀ ਨੂੰ ਸਰਸਾਮ ਹੋ ਗਿਆ ਤੇ ਪਾਗਲ ਹੋ ਗਿਆ ਹੈ। ਉਸਨੂੰ ਬਿਪਤਾ ਪੈ ਗਈ। ਉਹ ਘਾਬਰ ਕੇ ਪੁੱਛਣ ਲੱਗੀ, ਕੀ ਗੱਲ ਹੋਈ? ਕਬੀਰ ਜੀ ਨੂੰ ਕਿਉਂ ਗਾਲਾਂ ਕੱਢੀ ਜਾਂਦੇ ਹੋ? ਉਹ ਤਾਂ ਪ੍ਰਭੂ ਭਗਤ ਹੈ। ਮੇਰੇ ਨਾਲ ਬੈਠਾ ਰੋਟੀ ਖਾ ਰਿਹਾ ਸੀ। ਨੀਚ ਜਾਤ ਮੇਰੇ ਨਾਲ ਲੱਗਦਾ ਹੈ। ਮੁਕੰਦੇ ਇਹ ਆਖਿਆ ਤਾਂ ਪੰਡਤਾਣੀ ਦੀ ਤਾਂ ਖਾਨਿਓ ਗਈ। ਉਹ ਆਖਣ ਲੱਗੀ, ਹੇ ਭਗਵਾਨ, ਇਹ ਕੀ ਮਾਇਆ ਵਰਤੀ? ਇਹ ਤਾਂ ਪਾਗਲ ਹੋ ਗਿਆ। ਮੈਂ ਬੈਠੀ ਸਾਂ, ਨਾ ਕਬੀਰ ਆਇਆ ਨਾ ਉਸਦਾ ਪਰਛਾਵਾਂ। ਮੈਂ ਹੀ ਇਕੱਲੀ ਸਾਂ। ਇਹ ਕੀ ਆਖਦੇ ਹੋ? ਤੁਸਾਂ ਨੂੰ ਵਹਿਮ ਪੈ ਗਿਆ। ਇਹ ਸੁਣ ਕੇ ਮੁਕੰਦਾ ਕੱਪੜਿਆਂ ਤੋਂ ਬਾਹਰ ਹੋ ਗਿਆ ਤੇ ਬੜੇ ਕ੍ਰੋਧ ਨਾਲ ਆਖਣ ਲੱਗਾ, ਤੈਨੂੰ ਨਹੀਂ ਦਿਸਦਾ ਤੂੰ ਅੰਨ੍ਹੀ ਹੈ? ਕਬੀਰ ਮੇਰੇ ਨਾਲ ਬੈਠਾ ਖਾ ਰਿਹਾ ਸੀ। ਮੇਰੇ ਕੋਲ ਹੁਣ ਵੀ ਖਲੋਤਾ ਕਬੀਰ ਹੈ। ਪਰਛਾਵੇਂ ਵਾਂਗ ਮੇਰੇ ਨਾਲ ਚੰਮੜ ਗਿਆ ਹੈ। ਮੈਂ ਕੀ ਕਰਾਂ? ਸ਼ੂਦਰ ਕਬੀਰ, ਤੂੰ ਨਹੀਂ ਜਾਣਦੀ। ਪੰਡਤਾਣੀ, ਕੀ ਤੁਸੀਂ ਉਹਦੇ ਨਾਲ ਲੜ ਬੋਲ ਪਏ ਸੀ? ਮੁਕੰਦਾ, ਆਹੋ, ਉਹ ਸਵੇਰੇ ਮੱਥੇ ਲੱਗਾ ਸੀ ਮੇਰੇ। ਇੱਕ ਵਾਰ ਨਹੀਂ, ਕਈ ਵਾਰ। ਪੰਡਤਾਣੀ, ਉਸ ਕੋਲੋਂ ਖਿਮਾ ਮੰਗ ਲਵੋ। ਉਹ ਹਰੀ ਭਗਤ ਹੈ, ਪਰਮਾਤਮਾ ਉਸਦੀ ਸੁਣਦਾ ਹੈ। ਮੁਕੰਦਾ, ਹੈਂ? ਇਹ ਕੀ ਆਖਿਆ? ਬ੍ਰਾਹਮਣ ਸ਼ੂਦਰ ਕੋਲੋਂ ਖਿਮਾ ਮੰਗੇ? ਬ੍ਰਾਹਮਣ ਸ਼ੂਦਰ ਦੇ ਪੈਰੀਂ ਪਵੇ? ਹੇ ਪ੍ਰਭੂ, ਕਲਯੁਗ, ਹਨੇਰ, ਇਹ ਨਹੀਂ ਹੋ ਸਕਦਾ। ਮੈਂ ਕਬੀਰ ਦਾ ਸਿਰ ਪਾੜ ਦੇਣਾ ਹੈ। ਹਟ ਜਾ ਪਰੇ, ਮੈਂ ਉਹਨੂੰ ਮਾਰ ਦਿਆਂਗਾ। ਉਹ ਜਾਦੂਗਰ ਨਹੀਂ, ਮੇਰੇ ਮਨ ਦਾ ਡਰ ਹੈ। ਮੇਰੀਆਂ ਅੱਖਾਂ ਕਬੀਰ ਜੀ ਨੂੰ ਦੇਖ ਰਹੀਆਂ ਹਨ। ਮੈਂ ਮਾਰ ਦਿਆਂਗਾ। ਇਹ ਸ਼ੂਦਰ ਹੈ, ਬ੍ਰਾਹਮਣ ਨਹੀਂ ਬਣ ਸਕਦਾ। ਇਹ ਆਖ ਕੇ ਮੁਕੰਦਾ ਬਾਹਰ ਨੂੰ ਚਲਿਆ ਗਿਆ ਤੇ ਹੱਥ ਵਿੱਚ ਵੱਟਾ ਲੈ ਗਿਆ। ਅਨੋਖੀ ਹੀ ਗੱਲ ਹੋਈ। ਅੱਗੇ ਅੱਗੇ ਪੰਡਿਤ ਮੁਕੰਦਾ ਤੇ ਪਿੱਛੇ ਉਹਦੀ ਇਸਤਰੀ ਦੋਵੇਂ ਸਨ। ਨੱਸੇ ਜਾਂਦੇ ਸਨ। ਇਸਤਰੀ ਨੇ ਰੌਲਾ ਪਾਇਆ, ਫੜੋ, ਮੇਰਾ ਪਤੀ ਪਾਗਲ ਹੋ ਗਿਆ। ਫੜੋ ਵੇ ਲੋਕੋ, ਫੜੋ, ਕਿਸੇ ਦਾ ਖੂਨ ਕਰ ਦੇਵੇਗਾ ਤੇ ਮੈਂ ਕੀ ਕਰਾਂਗੀ? ਇਸ ਨੂੰ ਫੜ ਲਓ। ਇਸਤਰੀ ਦੇ ਰੌਲੇ ਨੂੰ ਸੁਣ ਕੇ ਪੰਡਿਤ ਮੁਕੰਦੇ ਦੇ ਪਿੱਛੇ ਲੋਕ ਦੌੜ ਪਏ। ਲੋਕਾਂ ਨੂੰ ਪਿੱਛੇ ਆਉਂਦਿਆਂ ਦੇਖ ਕੇ ਮੁਕੰਦਾ ਹੋਰ ਜ਼ੋਰ ਨਾਲ ਭੱਜਣ ਲੱਗਾ। ਨੱਸਦੇ ਦੀ ਧੋਤੀ ਖੁੱਲ੍ਹ ਗਈ। ਉਸਨੂੰ ਇਕੱਠੀ ਕਰਦਾ ਹੋਇਆ ਭੱਜਿਆ ਹੀ ਗਿਆ। ਰੌਲਾ ਪੈ ਗਿਆ, ਪੰਡਿਤ ਮੁਕੰਦਾ ਪਾਗਲ ਹੋ ਗਿਆ। ਹਰ ਮਨੁੱਖ ਦੀ ਜ਼ਬਾਨ 'ਤੇ ਇਹੀ ਬੋਲ ਸੀ। ਜਿਸ ਨੇ ਵੀ ਮੁਕੰਦੇ ਨੂੰ ਦੇਖਿਆ, ਲੋਕ ਇਕੱਠੇ ਹੋ ਗਏ ਤੇ ਰੌਲਾ ਵੱਧ ਗਿਆ। ਕਬੀਰ ਜੀ ਇਸ਼ਨਾਨ ਕਰਕੇ ਜੇ ਘਰ ਨਹੀਂ ਸੀ ਪੁੱਜੇ, ਇਹਦੇ ਰਾਹ ਵਿੱਚ ਹੀ ਜਾ ਰਹੇ ਸਨ ਕਿ ਮੁਕੰਦੇ ਦਾ ਉਹਨਾਂ ਨਾਲ ਮੇਲ ਹੋ ਗਿਆ। ਮੁਕੰਦੇ ਨੇ ਹੱਥ ਵਿੱਚ ਪੱਕੀ ਇੱਟ ਫੜੀ ਹੋਈ ਸੀ। ਕਬੀਰ ਜੀ ਨੂੰ ਦੇਖਦੇ ਸਾਰ ਉਸਨੇ ਜ਼ੋਰ ਨਾਲ ਉਹ ਇੱਟ ਕਬੀਰ ਜੀ ਨੂੰ ਮਾਰੀ। ਇੱਟ ਮੱਥੇ ਵਿੱਚ ਵੱਜੀ। ਇੱਟ ਟੁੱਟ ਕੇ ਧਰਤੀ 'ਤੇ ਡਿੱਗ ਪਈ, ਪਰ ਕਬੀਰ ਜੀ ਨੂੰ ਸੱਟ ਨਾ ਲੱਗੀ, ਨਾ ਹੀ ਕੋਈ ਦਾਗ ਪਿਆ। ਇਸ ਤਰ੍ਹਾਂ ਵੱਜੀ ਜਿਵੇਂ ਫੁੱਲ ਵੱਜਦਾ ਹੈ। ਲਹੂ ਨਾ ਨਿਕਲਿਆ। ਲੋਕ ਦੇਖ ਕੇ ਹੈਰਾਨ ਹੋਏ। ਉਹਨਾਂ ਪਹਿਲਾਂ ਤਾਂ ਜਾਣਿਆ ਸ਼ਾਇਦ ਕਬੀਰ ਜੀ ਡਿੱਗ ਪੈਣਗੇ। ਕਬੀਰ ਜੀ ਨੂੰ ਕ੍ਰੋਧ ਨਹੀਂ ਆਇਆ। ਉਹ ਆਪਣੇ ਸੁਭਾਅ ਅਨੁਸਾਰ ਮੁਸਕਰਾ ਪਏ ਤੇ ਬੋਲੇ, ਕਿਉਂ ਪੰਡਿਤ ਜੀ, ਐਨੇ ਕ੍ਰੋਧਵਾਨ ਕਿਉਂ ਜੇ?
ਇਹ ਆਖਣ ਦੀ ਢਿੱਲ ਸੀ ਕਿ ਮੁਕੰਦੇ ਦਾ ਗੁੱਸਾ ਲੱਥ ਗਿਆ। ਉਸਨੂੰ ਗਿਆਨ ਹੋ ਗਿਆ। ਉਸ ਦੇ ਕਪਾਟ ਖੁੱਲ੍ਹ ਗਏ। ਉਸ ਦੀ ਜਨਮ ਦੀ ਸੁੱਤੀ ਆਤਮਾ ਦੀ ਕਾਲਖ ਧੋਤੀ ਗਈ। ਕੁੰਦਨ ਹੋ ਕੇ ਪੰਡਿਤ ਮੁਕੰਦ ਕਬੀਰ ਜੀ ਦੇ ਚਰਨਾਂ ਉੱਤੇ ਡਿੱਗ ਪਿਆ। ਉਸਨੇ ਚਰਨ ਫੜ ਲਏ। ਲੋਕ ਵੀ ਨੇੜੇ ਪੁੱਜ ਗਏ ਤੇ ਚੁੱਪਚਾਪ ਦੇਖਣ ਲੱਗੇ ਕੀ ਕੌਤਕ ਹੁੰਦਾ ਹੈ। ਕਬੀਰ ਜੀ ਨੇ ਮੁਕੰਦੇ ਨੂੰ ਚਰਨਾਂ ਤੋਂ ਉਠਾਇਆ ਤੇ ਆਖਿਆ, ਉੱਠੋ ਮੁਕੰਦੇ, ਰਾਮ ਕਹੋ। ਰਾਮ ਨੇ ਤੇਰੇ 'ਤੇ ਕਿਰਪਾ ਕੀਤੀ ਹੈ, ਰਾਮ ਦੀ ਮਹਿਮਾ ਕਰਿਆ ਕਰ। ਉਸਨੂੰ ਸੰਬੋਧਨ ਕਰਦਿਆਂ ਕਬੀਰ ਜੀ ਨੇ ਫਰਮਾਇਆ, ਹਮ ਘਰ ਸੂਤ ਤਨਹਿ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜ੍ਹੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਪੰਡਤੋ, ਸਾਡੇ ਘਰ ਤਾਂ ਸੂਤਰ ਦੀਆਂ ਤਾਣੀਆਂ ਤਣੀਆਂ ਜਾਂਦੀਆਂ ਹਨ। ਤੁਸੀਂ 2 ਕੁ ਰੱਤੀਆਂ ਸੂਤਰ ਗਲ ਪਾ ਕੇ ਆਖਦੇ ਹੋ ਜਨੇਊ ਪਾਇਆ ਹੋਇਆ ਹੈ। ਤੁਸੀਂ ਤਾਂ ਸਿਰਫ ਇੱਕ ਤੰਦ ਹੀ ਪਾਈ ਫਿਰਦੇ ਹੋ ਜੇ ਅਸੀਂ ਤਾਣੀਆਂ ਚੁੱਕੀ ਫਿਰਦੇ ਹਾਂ। ਮੇਰੀ ਜ਼ੁਬਾਨ ਤਾਂ ਪ੍ਰਭੂ ਦਾ ਨਾਮ ਜਪਦੀ ਹੈ ਤੇ ਅੱਖਾਂ ਵਿੱਚ ਨਾਰਾਇਣ ਵਸਦਾ ਹੈ। ਹੇ ਮੁਕੰਦੇ, ਜਦੋਂ ਪਰਮਾਤਮਾ ਤੇਰੇ ਕੋਲੋਂ ਪੁੱਛੇਗਾ ਤਾਂ ਦੱਸ ਕੀ ਉੱਤਰ ਦੇਵੇਂਗਾ? ਅਸੀਂ ਤਾਂ ਗਵਾਰ ਸੀ ਤੇ ਤੁਸੀਂ ਸਾਡੇ ਰਾਖੇ ਮਾਲਕ ਬਣ ਰਹੇ, ਪਰ ਹਜ਼ਾਰਾਂ ਸਾਲ ਤੋਂ ਤੁਸਾਂ ਨੇ ਅਸਾਂ ਦਾ ਪਾਰ ਉਤਾਰਾ ਨਾ ਕੀਤਾ। ਤੂੰ ਤਾਂ ਬ੍ਰਾਹਮਣ ਹੈ ਤੇ ਮੈਂ ਕਾਂਸ਼ੀ ਦਾ ਜੁਲਾਹਾ ਹਾਂ। ਮੇਰੇ ਗਿਆਨ ਨੂੰ ਸਮਝ। ਤੂੰ ਸਦਾ ਰਾਜਿਆਂ ਦੀ ਝਾਕ ਰੱਖਦਾ ਤੇ ਉਹਨਾਂ ਵੱਲ ਤੱਕਦਾ ਹੈ, ਪਰ ਅਸਾਂ ਦਾ ਧਿਆਨ ਪ੍ਰਭੂ ਪਰਮਾਤਮਾ ਵੱਲ ਹੈ। ਅਸੀਂ ਰਾਤ ਦਿਨੇ ਉਸੇ ਕੋਲੋਂ ਮੰਗਦੇ ਹਾਂ। ਇਸ ਤਰ੍ਹਾਂ ਮੁਕੰਦੇ ਪੰਡਿਤ ਨੂੰ ਗਿਆਨ ਹੋਇਆ ਤੇ ਉਹ ਰਾਜੀ ਬਾਜੀ ਪੰਡਤਾਣੀ ਨਾਲ ਗਿਆ। ਅੱਗੇ ਤੋਂ ਕਬੀਰ ਜੀ ਦਾ ਭਗਤ ਬਣ ਗਿਆ। ਐਸੀ ਹੈ ਰਾਮ ਦੀ ਸ਼ਕਤੀ।